ਅੱਖ ਖੁੱਲੀ ਜਦ ਨੀਂਦ ਚੋਂ ਜਾਗੇ, ਪਰ ਇਹ ਤਾਂ ਵੱਡੀ ਗੱਲ ਨਹੀਂ। ਬੰਦਾ ਡੌਰ ਭੌਰ ਹੋਇਆ ਜੱਗ 'ਚ ਫਿਰਦਾ, ਇਹ ਤਾਂ ਹੋਸ਼ ਦਾ ਤਲ ਨਹੀਂ। ਤੱਤ ਹੀ ਸੁੱਤੇ ਤੇ ਤੱਤ ਹੀ ਜਾਗੇ, ਪਰ ਹੋਇਆ ਮਸਲੇ ਦਾ ਹੱਲ ਨਹੀਂ। ਮਨ ਬੀਰ ਰੂਹ ਤੋਂ ਭਵਜਲ ਪਾਰ ਨਹੀਂ ਹੋਣਾ, ਜੇਕਰ ਹੋਇਆ ਸਾਹਿਬ ਵੱਲ ਨਹੀਂ, ਜੇਕਰ ਹੋਇਆ ਸਾਹਿਬ ਵੱਲ ਨਹੀਂ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਸਾਡੇ ਵਿਚਾਰ ਦਾ ਕੇਂਦਰ ਆ ਸੁੱਤਾ ਪ੍ਰਾਣੀ। ਤਕੜੀ ਦੇ ਦੋ ਪੱਲੜਿਆਂ ਦਾ ਬੈਲੈਂਸ ਉਹਨਾਂ ਚਿਰ ਤੱਕ ਸਮ ਨਹੀਂ ਹੁੰਦਾ ਜਿੰਨਾ ਚਿਰ ਤੱਕ ਦੋਹਾਂ ਪੱਲੜਿਆਂ ਵਿਚਲਾ ਤੋਲ ਪੂਰਾ ਨਹੀਂ ਹੁੰਦਾ। ਇਸੇ ਤਰ੍ਹਾਂ ਕੁਦਰਤ ਨੇ ਸ਼ਾਇਦ ਇਸ ਭੌਤਿਕ ਸੰਸਾਰ ਦੇ ਮਾਪ ਤੋਲ ਨੂੰ ਪੂਰਾ ਕਰਨ ਦੇ ਲਈ ਬੈਲੈਂਸ ਦੀ ਸਮਤਾ ਅਨੁਸਾਰ ਦਿਨ ਨਾਲ ਰਾਤ, ਚਾਨਣ ਨਾਲ ਹਨੇਰ, ਧੁੱਪ ਨਾਲ ਛਾਂ ਅਤੇ ਆਦਿ ਦਾ ਮਾਪ ਤੋਲ ਪੂਰਾ ਰੱਖਿਆ। ਤੇ ਆਓ ਇਸੇ ਹੀ ਬੈਲੈਂਸ ਦੀ ਗੱਲ ਕਰਦਿਆਂ ਮਨੁੱਖ ਦੇ ਸਰੀਰਕ ਪੱਖ ਨਾਲ ਜੁੜੇ ਹੋਏ ਸੌਣ ਤੇ ਜਾਗਣ ਦੇ ਪੱਖ ਦੀ ਵਿਚਾਰ ਕਰਦੇ ਹਾਂ। ਸਵੇਰ ਹੁੰਦੇ ਸਾਰ ਖੁੱਲੀ ਤਰੋ ਤਾਜ਼ਾ ਅੱਖ ਜਾਗਣ ਦੇ ਪੱਖ ਨੂੰ ਦਰਸਾਉਂਦੀ ਆ ਤੇ ਰਾਤ ਨੂੰ ਉਨੀਂਦਰੇ ਨਾਲ ਭਰੀ ਮੱਲੋ ਮੱਲੀ ਬੰਦ ਹੁੰਦੀ ਅੱਖ ਦਾ ਪੱਖ ਸੌਣ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਆ। ਸਾਰਾ ਦਿਨ ਸੰਸਾਰਕ ਕੰਮਾਂ ਧੰਦਿਆਂ ਦੀ ਪੈਰਵੀ ਕਰਦਾ ਮਨੁੱਖ ਦਾ ਇਹ ਪੰਜ ਭੂਤਕ ਸਰੀਰ ਤੇ ਦਿਨ ਭਰ ਦੇ ਕਈ ਵਿਚਾਰਾਂ, ਖਿਆਲਾਂ ਤੇ ਤਜਵੀਜ਼ਾਂ ਦੀ ਸੋਚਣੀ ਸੋਚਦਾ ਮਨੁੱਖ ਦਾ ਇਹ ਦਿਮਾਗ ਜਦੋਂ ਊਰਜਾ ਦੀ ਘਾਟ ਜਾਂ ਕਹਿ ਲਓ ਥਕਾਵਟ ਮਹਿਸੂਸ ਕਰਦੇ ਨੇ ਤਾਂ ਇਹਨਾਂ ਨੂੰ ਮੁੜ ਤੋਂ ਤਰੋ ਤਾਜ਼ਾ ਕਰਨ ਦਾ ਇੱਕੋ ਹੀ ਕੁਦਰਤੀ ਨਿਯਮ ਆ ਜੋ ਸੌਣ ਦੇ ਪੱਖ ਨਾਲ ਜਾ ਜੁੜਦਾ ਹੈ। ਜਿੱਥੇ ਉਨੀਂਦਰਾ ਮਨੁੱਖ ਦੇ ਸਰੀਰਕ ਤੇ ਦਿਮਾਗੀ ਸੰਤੁਲਨ ਦੇ ਵਿਗਾੜ ਦਾ ਕਾਰਨ ਬਣਦਾ ਆ, ਉੱਥੇ ਰਾਤ ਭਰ ਨੀਂਦ ਦੇ ਕਲਾਵੇ ਵਿੱਚ ਜਾ ਸੌਣਾ ਮਨੁੱਖੀ ਸਰੀਰ ਤੇ ਦਿਮਾਗ ਨੂੰ ਮੁੜ ਤਰੋ ਤਾਜ਼ਾ ਕਰ ਮਨੁੱਖ ਨੂੰ ਸਰੀਰਕ ਤੇ ਦਿਮਾਗੀ ਕੰਮ ਕਰਨ ਦੇ ਕਾਬਲ ਬਣਾ ਦਿੰਦਾ ਹੈ। ਇਹ ਮਨੁੱਖਾ ਸਰੀਰਕ ਪੱਖ ਨਾਲ ਜੁੜੀ ਹੋਈ ਸੌਣ ਤੇ ਜਾਗਣ ਦੀ ਪ੍ਰਕਿਰਿਆ ਤਾਂ ਨਿੱਤਾ ਕਰਮ ਅਨੁਸਾਰ ਚੱਲਦੀ ਹੀ ਰਹਿੰਦੀ ਆ। ਪਰ ਜੇ ਸਰੀਰਕ ਪੱਖ ਤੋਂ ਸੂਖਮ ਤਲ ਵੱਲ ਨੂੰ ਵੱਧ ਗੱਲ ਕਰੀਏ ਰੂਹਾਨੀਅਤ ਪੱਖ ਦੀ, ਤਾਂ ਕਬੀਰ ਸਾਹਿਬ ਨੀਂਦ ਚੋਂ ਖੁੱਲੀ ਹੋਈ ਅੱਖ ਨੂੰ ਸੌਣ ਦੀ ਪ੍ਰਕਿਰਿਆ ਨਾਲ ਹੀ ਜੋੜਦਿਆਂ ਸਾਨੂੰ ਪ੍ਰਾਣੀਆਂ ਨੂੰ ਫਰਮਾਨ ਕਰਦੇ ਨੇ, ਜਾਗਤ ਸੋਇਆ ਜਨਮ ਗਵਾਇਆ। ਕਹਿੰਦੇ ਮਨੁੱਖ ਜਾਗਦਾ ਹੋਇਆ ਵੀ ਸੁੱਤਾ ਆ, ਕਿਉਂਕਿ ਰੂਹਾਨੀਅਤ ਪੱਖ ਸਿਰਫ ਭੌਤਿਕ ਅੱਖਾਂ ਦੇ ਖੁੱਲਣ ਨੂੰ ਜਾਗਣਾ ਨਹੀਂ ਮੰਨਦਾ। ਰੂਹਾਨੀਅਤ ਪੱਖ ਦੀ ਜਾਗ ਭੌਤਿਕ ਨਹੀਂ, ਭੀਤਰ ਵਾਲੇ ਅਨੁਭਵ ਗਿਆਨ ਦੀ ਅੱਖ ਖੁੱਲਣ ਤੋਂ ਸ਼ੁਰੂ ਹੁੰਦੀ ਆ, ਜੋ ਅਨੁਭਵਤਾ ਦੀ ਅੱਖ ਬੁੱਧ ਦੀ ਬੌਧਿਕ ਗਹਿਰਾਈ ਵਿੱਚ ਉਤਰਨ ਦੇ ਨਾਲ ਖੁੱਲਦੀ ਆ। ਵਿਵੇਕੀ ਪੁਰਖਾਂ ਨੇ ਸਾਨੂੰ ਜਾਗਤ ਸੁੱਤੇ ਪ੍ਰਾਣੀਆਂ ਨੂੰ ਭਾਵ ਕੇ ਸਰੀਰਕ ਪੱਖ ਤੋਂ ਜਾਗ ਕੇ ਵੀ ਰੂਹਾਨੀਅਤ ਪੱਖ ਤੋਂ ਸੁੱਤੇ ਹੋਏ ਪ੍ਰਾਣੀਆਂ ਨੂੰ ਰੂਹਾਨੀਅਤ ਪੱਖ ਤੋਂ ਜਾਗਣ ਲਈ ਪ੍ਰੇਰਿਤ ਕਰਦਿਆਂ ਸਾਨੂੰ ਵਾਰ-ਵਾਰ ਚੇਤਾ ਕਰਵਾਇਆ ਕਿ ਅਸੀਂ ਜਾਗਦਿਆਂ ਵੀ ਸੁੱਤੇ ਪਏ ਹਾਂ, ਕਿਉਂਕਿ ਸਾਡੀ ਆਤਮਕ ਸਤਾ ਸੁੱਤੀ ਪਈ ਆ। ਨੌਵੇਂ ਪਾਤਸ਼ਾਹ ਆਖਦੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾ ਗਾਫਲ ਸੋਇਆ। ਰਵਿਦਾਸ ਜੀ ਆਖਦੇ ਨੇ, ਕਿਆ ਤੂੰ ਸੋਇਆ ਜਾਗ ਏ ਆਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਗੁਰੂ ਗੁਰਬਾਣੀ ਇਸ ਸੁੱਤੇ ਹੋਏ ਪ੍ਰਾਣੀ ਦੇ ਸੌਣ ਦਾ ਕਾਰਨ ਦੱਸਦਿਆਂ ਫਰਮਾਨ ਕਰਦੀ ਏ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਤੀਸਰੇ ਪਾਤਸ਼ਾਹ ਆਖਦੇ ਨੇ, ਮਾਇਆ ਮੋਹ ਇਹ ਜਗ ਸੁੱਤਾ। ਤੇ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ, ਮਨ ਸੋਇਆ ਮਾਇਆ ਬਿਸਮਾਦ। ਕਿਉਂਕਿ ਮਾਸ ਦੀ ਖੁੱਲੀ ਹੋਈ ਅੱਖ ਨੇ ਜਦੋਂ ਵੇਖਿਆ ਹੀ ਮਾਇਆਵੀ ਸੰਸਾਰ ਨੂੰ, ਤੇ ਫਿਰ ਇਸੇ ਹੀ ਮਾਇਆਵੀ ਸੰਸਾਰ ਦੇ ਮਾਇਆਵੀ ਭਰਮ ਵਿੱਚ ਖੁੱਲਦੀ ਤੇ ਬੰਦ ਹੁੰਦੀ ਇਹ ਅੱਖ ਸਿਰਫ ਸਰੀਰਕ ਸੌਣ ਤੇ ਜਾਗਣ ਦੀ ਪ੍ਰਕਿਰਿਆ ਤੱਕ ਹੀ ਰੁਕੀ ਰਹਿ ਗਈ। ਪਰ ਕਿਉਂਕਿ ਸਰੀਰਕ ਸੌਣ ਤੇ ਜਾਗਣ ਦੀ ਪ੍ਰਕਿਰਿਆ ਤੱਕ ਰੁਕੇ ਰਹਿਣਾ ਹੀ ਇਸ ਮਨੁੱਖਾ ਜੀਵਨ ਦਾ ਮਕਸਦ ਨਹੀਂ, ਬਲਕਿ ਸਰੀਰਕ ਜੀਵਨ ਨਾਲ ਜੁੜੇ ਅੰਦਰੂਨੀ ਪੱਖ ਆਤਮਕ ਜੀਵਨ ਜਿਉਣ ਦੇ ਲਈ ਸਰੀਰਕ ਜੀਵਨ ਰਹਿੰਦਿਆਂ ਜਿਉਂਦੇ ਜੀ ਮਰਨਾ ਤੇ ਆਤਮਕ ਸਤਾ ਨੂੰ ਨਿਹਾਰਨ ਦੇ ਲਈ ਮਾਸ ਦੀ ਅੱਖ ਵਧਾ ਕੇ ਅਨੁਭਵ ਸਤਾ ਤੋਂ ਜਾਗਣਾ ਇਸ ਮਨੁੱਖਾ ਜੀਵਨ ਦਾ ਅਸਲ ਮਕਸਦ ਆ। ਕਿਉਂਕਿ ਜਿੰਨਾ ਚਿਰ ਆਤਮਕ ਸਤਾ ਤੋਂ ਜਾਗੇ ਨਾ, ਉਹਨਾਂ ਚਿਰ ਅਸੀਂ ਇਨਸਾਨ ਜਾਗਦੇ ਹੋਏ ਵੀ ਸੁੱਤੇ ਹਾਂ, ਤੇ ਜਿੰਨਾ ਚਿਰ ਅਸੀਂ ਜਾਗਦੇ ਹੋਏ ਵੀ ਸੁੱਤੇ ਹਾਂ ਉਹਨਾਂ ਚਿਰ ਖੁਦ ਤੋਂ, ਖੁਦ ਦੀ ਹੋਂਦ ਤੋਂ, ਖੁਦ ਦੇ ਮੁੱਢ ਮੂਲ ਤੋਂ, ਖੁਦ ਦੀ ਪਹਿਚਾਣ ਤੋਂ ਵੀ ਅਸੀਂ ਬੇਖਬਰ ਹੀ ਤੁਰੇ ਫਿਰਦੇ ਹਾਂ। ਕਿਉਂਕਿ ਜਿਵੇਂ ਉਹਨਾਂ ਚਿਰ ਇਨਸਾਨ ਸਰੀਰਕ ਸੁੱਧ ਬੁੱਧ ਤੋਂ ਬੇਖਬਰ ਰਹਿੰਦਾ ਆ ਜਿੰਨਾ ਚਿਰ ਉਹ ਸਰੀਰਕ ਤਲ ਤੇ ਨੀਂਦ ਵਿੱਚ ਸੁੱਤਾ ਰਹਿੰਦਾ ਹੋਵੇ।
ਇਸੇ ਤਰ੍ਹਾਂ ਆਤਮਕ ਸਤਾ ਤੋਂ ਵੀ ਅਸੀਂ ਪ੍ਰਾਣੀ ਉਹਨਾਂ ਚਿਰ ਤੱਕ ਬੇਖਬਰ ਹੋ ਸੁੱਧ ਬੁੱਧ ਗਵਾ ਬੈਠੇ ਰਹਿੰਦੇ ਆ ਜਿੰਨਾ ਚਿਰ ਤੱਕ ਸਾਡੀ ਆਤਮਕ ਸਤਾ ਜਾਗਰਤ ਨਹੀਂ ਹੁੰਦੀ। ਤੇ ਸਾਨੂੰ ਆਤਮਕ ਸਤਾ ਤੋਂ ਸੁੱਤੇ ਪ੍ਰਾਣੀਆਂ ਨੂੰ ਜਾਗਰਤ ਕਰਨ ਲਈ ਤੇ ਸਾਡੀ ਹੋਂਦ ਤੋਂ ਸਾਨੂੰ ਜਾਣੂ ਕਰਾਉਣ ਦੇ ਲਈ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪ ਦੇ ਸੰਦੇਸ਼ ਸਾਡੇ ਤੱਕ ਪਹੁੰਚਾਉਂਦੇ ਹੋਏ ਆਖਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਨਮਾਂ ਜਨਮਾਂਤਰਾਂ ਤੋਂ ਬੇਹੋਸ਼ੀ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਨੂੰ ਜਗਾਉਣ ਦੇ ਲਈ ਪੰਜਵੇਂ ਪਾਤਸ਼ਾਹ ਸਾਨੂੰ ਸਮਝ ਦਿੰਦੇ ਨੇ, ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ। ਤੇ ਬੇਹੋਸ਼ੀ ਦੀ ਇਸ ਗੂੜੀ ਨੀਂਦ ਵਿੱਚ ਆਤਮਕ ਸਤਾ ਤੋਂ ਸੁੱਤੇ ਸਾਨੂੰ ਸਭ ਪ੍ਰਾਣੀਆਂ ਨੂੰ ਸਾਡੇ ਰਹਿਬਰਾਂ ਦੁਆਰਾ ਦਿੱਤੇ ਇਹਨਾਂ ਸੰਦੇਸ਼ਾਂ ਤੇ ਚੱਲਣਾ ਅਤ ਲੋੜੀਂਦਾ ਆ, ਕਿਉਂਕਿ ਇਹ ਸੰਦੇਸ਼ ਉਹਨਾਂ ਨੇ ਇਸ ਜਗਤ ਤੇ ਜੀਵਨ ਦੇ ਹਾਲਾਤਾਂ ਨੂੰ ਵੇਖਦੇ ਹੋਏ ਸਾਡੇ ਲਈ ਹੀ ਦਿੱਤੇ ਨੇ। ਸੋ ਫਿਰ ਆਓ ਅਸੀਂ ਵੀ ਗੁਰੂ ਗੁਰਬਾਣੀ ਦੇ ਸੰਦੇਸ਼ਾਂ ਨੂੰ ਆਪਣੀ ਸੋਚ ਦੀ ਗਹਿਰਾਈ ਵਿੱਚ ਉਤਾਰ ਕੇ ਵਾਚਦਿਆਂ ਉਹ ਗੁਰ, ਉਹ ਜੁਗਤ, ਉਹ ਵਿਧੀ, ਉਹ ਅਭਿਆਸ ਸਿੱਖ ਲਈਏ ਜਿਸ ਗੁਰ ਜੁਗਤ ਅਭਿਆਸ ਦੁਆਰਾ ਮੁੱਦਤਾਂ ਤੋਂ ਸੁੱਤੀ ਹੋਈ ਉਸ ਆਤਮਕ ਸਤਾ ਨੂੰ ਜਾਗਰਤ ਕਰ ਲਈਏ, ਜਿਸ ਸਤਾ ਤੋਂ ਜਾਗਣ ਦੀ ਗੱਲ ਸਾਨੂੰ ਸਾਡੇ ਰਹਿਬਰਾਂ ਨੇ ਸਮਝਾਈ। ਕਿਉਂਕਿ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਬਿਨ ਆਤਮਕ ਸਤਾ ਤੋਂ ਜਾਗੇ ਅਸੀਂ ਉਸ ਧੁਰ ਤੱਕ ਆਪਣੇ ਮੁੱਢ ਮੂਲ ਤੱਕ ਵਾਪਸੀ ਨਹੀਂ ਕਰ ਸਕਦੇ ਜਿਸ ਬੁੱਧ ਸਰੂਪ ਤੋਂ ਟੁੱਟ ਕੇ ਅਸੀਂ ਮੁੱਦਤਾਂ ਤੋਂ ਬੇਹੋਸ਼ੀ ਦੀ ਨੀਂਦ ਵਿੱਚ ਸੁੱਤੇ ਪਏ ਹਾਂ। ਸਤਿ ਸ੍ਰੀ ਅਕਾਲ ਜੀ।